So, students, here we'll talk about gene therapy. I mean, another application of biotechnology in the field of medicine, right? First of all, let us understand what is gene therapy, right? See, बच्चों, सपोज किसी बच्चे ਦੀ ਕੋਈ ਬੱਚਾ ਬਰਥ ਲੈਂਦਾ ਹੈ ਰਾਈਟ ਤਾਂ ਬਾਏ ਬਰਥ ਹੀ ਉਹਦੇ ਵਿੱਚ ਕੋਈ ਇਹੋ ਜਿਹਾ ਡਿਸਆਰਡਰ ਹੈ ਮੀਨਸ ਹੈਰੀਡਿਟੀ ਡਿਸਆਰਡਰ ਹੈ ਵਿਚ ਇਜ਼ ਡਿਊ ਟੂ ਸਮ ਫਾਲਟੀ ਜੀਨਸ ਰਾਈਟ ਸੋ ਜੀਨ ਥੈਰੇਪੀ 'ਚ ਕੀ ਕੀਤਾ ਜਾਂਦਾ ਹੈ ਉਸ ਫਾਲਟੀ ਜੀਨਸ ਦੀ ਜਗ੍ਹਾ 'ਤੇ ਨੋਰਮਲ ਜੀਨ ਇੰਟਰੋਡਿਊਸ ਕਰਾਇਆ ਜਾਂਦਾ ਹੈ ਸੋ ਦੈਟ ਨੋਰਮਲ ਜੀਨ ਵਰਕ ਕਰੇ ਤਾਂ ਉਸ ਬੱਚੇ ਦਾ ਜਾਂ ਅਗਰ ਉਹ ਐਂਬਰੀਓਨਿਕ ਸਟੇਜ ਦੇ ਵਿੱਚ ਮਦਰ ਦੀ ਵੋਮ 'ਚ ਹੈ ਉੱਥੇ ਹੀ ਉਹਦੇ ਉਸ ਜੀਨ ਦੀ ਕਰੈਕਟ ਕਰ ਦਿੱਤਾ ਜਾਵੇ ਬਿਕੋਜ਼ ਵੀ ਆਲ ਨੋ ਦੈਟ ਅੱਜ ਕੱਲ੍ਹ ਇਹੋ ਜਿਹੀਆਂ ਟੈਕਨੀਕਸ ਨੇ ਵੇਅਰ ਇਨ ਦ अर्ਲੀਅਰ ਸਟੇਜ ਆਫ ਪ੍ਰੈਗਨੈਂਸੀ ਜਿਹੜੀ ਕੋਈ ਵੀ ਜੈਨੇਟਿਕ ਡਿਸਆਰਡਰ ਉਹ ਫਾਈਂਡ ਆਊਟ ਕੀਤਾ ਜਾ ਸਕਦਾ ਹੈ ਕਿਉਂਕਿ ਰੈਦਰ ਉਹ ਕਿਸੇ ਜੀਨਸ ਕਰਕੇ ਡਿਸਆਰਡਰ ਹੈ ਜਾਂ ਕ੍ਰੋਮੋਸੋਮ ਕਰਕੇ ਸੋ ਇਟ ਕੈਨ ਬੀ ਫਾਈਂਡ ਆਊਟ ਐਟ ਦ अर्ਲੀਅਰ ਸਟੇਜ ਆਫ ਪ੍ਰੈਗਨੈਂਸੀ ਰਾਈਟ ਸੋ ਜੀਨ ਥੈਰੇਪੀ ਦੇ ਵਿੱਚ ਉਸ ਫਾਲਟੀ ਜੀਨਸ ਨੂੰ ਕਰੈਕਟ ਕੀਤਾ ਜਾਂਦਾ ਹੈ ਜੀਨਸ ਦ ਵਰਡ ਦਾ ਸਾਨੂੰ ਮਤਲਬ ਪਤਾ ਹੈ ਥੈਰੇਪੀ ਮੀਨਸ ਟਰੀਟ ਕਰਨਾ ਰਾਈਟ ਸੋ ਜੀਨਸ ਜਿਹੜਾ ਨੋਰਮਲ ਜੀਨ ਹੈ ਉਹਨੂੰ ਪਰਸਨ ਦੇ ਸੈੱਲ ਦੇ ਵਿੱਚ ਇੰਟਰੋਡਿਊਸ ਜਾਂ ਟਿਸ਼ੂ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਸੋ ਦੈਟ ਉਹ ਜੀਨ ਨੋਰਮਲ ਜੀਨ ਜਾ ਕੇ ਵਰਕ ਕਰੇ ਐਂਡ ਆਪਣਾ ਫੰਕਸ਼ਨ ਪਰਫਾਰਮ ਕਰੇ ਪ੍ਰੋਟੀਨ ਬਣਾਏ ਤਾਂ ਜਿਹੜੀ ਪ੍ਰੋਟੀਨ ਜਾਂ ਜਿਹੜੀ ਐਂਜ਼ਾਈਮ ਦੀ ਕੋਈ ਡੈਫੀਸ਼ੀਐਂਸੀ ਸੀ ਉਹ ਪੂਰੀ ਕੀਤੀ ਜਾ ਸਕੇ ਰਾਈਟ ਸੋ ਹੁਣ ਇਹ ਜੀਨ ਥੈਰੇਪੀ ਕਿਵੇਂ ਕੀਤੀ ਜਾਂਦੀ ਇਹ ਤਾਂ ਅਸੀਂ ਲੇਟਰ ਔਨ ਡਿਸਕਸ ਕਰਾਂਗੇ ਦਾ ਮੈਥਡੋਲੋਜੀ ਬਟ ਹੇਅਰ ਸਾਨੂੰ ਇੱਥੇ ਇੱਕ ਇੰਪੋਰਟੈਂਟ ਥਿੰਗ ਦੇਖਣੀ ਹੈ ਕਿ ਸਭ ਤੋਂ ਪਹਿਲੀ ਕਲੀਨਿਕਲ ਜੀਨ ਥੈਰੇਪੀ ਕਦੋਂ ਹੋਈ ਸੀ ਸੋ ਬੇਟਾ ਫਸਟ ਕਲੀਨਿਕਲ ਜੀਨ ਥੈਰੇਪੀ 1990 ਦੇ ਵਿੱਚ ਇੱਕ 4 ਸਾਲ ਦੀ ਬੇਬੀ ਗਰਲ 'ਤੇ ਕੀਤੀ ਗਈ ਜਿਸ ਨੂੰ ਐਡੀਨੋਸਿਨ ਡੀਐਮਿਨੇਜ਼ ਇੱਕ ਐਂਜ਼ਾਈਮ ਹੈ ਉਹਦੀ ਡੈਫੀਸ਼ੀਐਂਸੀ ਸੀ ਹੁਣ ਇਹ ਐਡੀਨੋਸਿਨ ਡੀਐਮਿਨੇਜ਼ ਦਾ ਸਾਡੀ ਬੋਡੀ 'ਚ ਕੀ ਕੰਮ ਹੈ ਅਸੀਂ ਉਹ ਡਿਸਕਸ ਕਰਦੇ ਹਾਂ ਬਟ ਇੱਥੇ ਦੁਬਾਰਾ ਤੋਂ ਮੈਂ ਇੱਕ ਗੱਲ ਦੱਸਦੀ ਹਾਂ ਫਸਟ ਕਲੀਨਿਕਲ ਜਿਹੜੀ ਜੀਨ ਥੈਰੇਪੀ ਉਹ 1990 ਦੇ ਵਿੱਚ ਇੱਕ 4 ਸਾਲ ਦੀ ਗਰਲ 'ਤੇ ਕੀਤੀ ਗਈ ਸੀ ਜਿਸ ਦੀ ਬੋਡੀ ਦੇ ਵਿੱਚ ਐਡੀਨੋਸਿਨ ਡੀਐਮਿਨੇਜ਼ ਐਂਜ਼ਾਈਮ ਦੀ ਕਮੀ ਸੀ ਹੁਣ ਵਾਟ ਇਜ਼ ਦ ਫੰਕਸ਼ਨ ਆਫ ਦਿਸ ਐਂਜ਼ਾਈਮ ਲੈਟ ਅਸ ਡਿਸਕਸ ਸੀ ਬੱਚੇ we have already discussed in the chapter of immunology that ਸਾਡੀ ਜਿਹੜੀ ਬੋਨ ਮੈਰੋ ਇਹਦੇ ਵਿੱਚ ਸੈਲਸ ਬਣਦੇ ਨੇ ਸਾਨੂੰ ਪਤਾ ਹੈ ਸਪੋਜ਼ ਅਸੀਂ ਲਿੰਫੋਸਾਈਟਸ ਦੀ ਗੱਲ ਕਰੀਏ ਬੋਨ ਮੈਰੋ 'ਚ ਲਿੰਫੋਸਾਈਟਸ ਬਣ ਗਏ ਰਾਈਟ ਬਣਨ ਤੋਂ ਬਾਅਦ ਉਹ ਥਾਈਮਸ ਜਾਂ ਲਿੰਫੋਇਡ ਆਰਗਨਸ ਦੇ ਵਿੱਚ ਜਾ ਕੇ ਮੈਚਿਓਰ ਕਰਦੇ ਆ ਮੈਚਿਓਰ ਕਰਨ ਤੋਂ ਬਾਅਦ ਲਿੰਫੋਸਾਈਟਸ ਕੀ ਬਣਾਉਂਦੇ ਨੇ ਬੀ ਸੈਲ ਐਂਡ ਟੀ ਸੈਲ These B and T cells are the important cells of your immune system. Means ਤੁਹਾਡੀ ਬੋਡੀ ਦੀ ਜੋ ਇਮਿਊਨਿਟੀ ਹੈ ਡਿਜ਼ੀਜ਼ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਹ B ਤੇ T cells ਜਿਹੜੇ ਨੇ ਉਹ ਕਰਦੇ ਨੇ ਜੇ B ਜਾਂ T cell ਲੜਦੇ ਨੇ ਅਸੀਂ ਆਲਰੇਡੀ ਇਮਿਊਨੋਲੋਜੀ ਵਾਲੇ ਚੈਪਟਰ 'ਚ ਪੜ੍ਹ ਚੁੱਕੇ ਹਾਂ that two types of immune systems are there cell mediated immune system or antibody mediated immune system so ਇਹ ਜਿਹੜੇ ਦੋ cells ਨੇ these are responsible for the immunity of your body ਔਰ ਜਿਹੜੇ ਇਹ ਲਿੰਫੋਸਾਈਟਸ ਨੇ ਜਿਹੜੇ ਮੈਚਿਓਰ ਕਰਕੇ ਬੀ ਐਂਡ ਟੀ ਸੈੱਲ ਬਣਾਉਂਦੇ ਨੇ ਉਹ ਮੈਚਿਓਰੇਸ਼ਨ ਇਜ਼ ਡਨ ਵਿਦ ਦ ਹੈਲਪ ਆਫ ਦਿਸ ਐਂਜ਼ਾਈਮ ADA ਰਾਈਟ ਦੈਟ ਇਜ਼ ਡਨ ਵਿਦ ਦ ਹੈਲਪ ਆਫ ਦਿਸ ਐਂਜ਼ਾਈਮ ਐਡੀਨੋਸਿਨ ਡੀਐਮਿਨੇਜ਼ ਐਂਜ਼ਾਈਮ ਹੁਣ ਅਗਰ ਬੱਚੇ ਇਹ ਐਂਜ਼ਾਈਮ ਕਿਸੇ ਦੇ ਵਿੱਚ ਐਬਸੈਂਟ ਹੋਈ ਬਾਈ ਬਰਥ ਓਬਵੀਅਸ ਜੀ ਗੱਲ ਹੈ ਲਿੰਫੋਸਾਈਟਸ ਮੈਚਿਓਰ ਕਰਕੇ ਬੀ ਐਂਡ ਟੀ ਸੈਲਸ ਨਹੀਂ ਬਣਾਉਣਗੇ ਅਗਰ ਲਿੰਫੋਸਾਈਟਸ ਨੇ ਮੈਚਿਓਰ ਕਰਕੇ ਬੀ ਐਂਡ ਟੀ ਸੈਲ ਨਾ ਬਣਾਏ ਤਾਂ ਬੱਚਾ ਜਿਹੜਾ ਬਰਥ ਲਏਗਾ ਦੈਟ ਇਜ਼ ਵਿਦਾਊਟ ਇਮਿਊਨ ਸਿਸਟਮ ਵਿਦਾਊਟ ਇਮਿਊਨਿਟੀ ਹੁਣ ਜੇ ਬੱਚੇ ਦੀ ਇਮਿਊਨਿਟੀ ਨਹੀਂ ਹੈ ਤਾਂ ਕੋਈ ਵੀ ਨਾਰਮਲ ਡਿਜ਼ੀਜ਼ ਛੋਟੀ ਮੋਟੀ ਡਿਜ਼ੀਜ਼ ਵੀ ਫੈਟਲ ਹੋ ਸਕਦੀ ਹੈ ਬੱਚੇ ਨੂੰ ਬਹੁਤ ਜਲਦੀ ਬਿਮਾਰੀ ਲੱਗ ਜਾਏਗੀ ਬਿਕੋਜ਼ ਉਹਦਾ ਆਪਣਾ ਇਮਿਊਨ ਸਿਸਟਮ ਵਰਕ ਹੀ ਨਹੀਂ ਕਰ ਰਿਹਾ ਗੈਟਿੰਗ ਮਾਈ ਪੁਆਇੰਟ ਸੋ ਹੁਣ ADA ਦੀ ਡੈਫੀਸ਼ੀਐਂਸੀ ਓਬਵੀਅਸਲੀ ADA ਇੱਕ ਐਂਜ਼ਾਈਮ ਇੱਕ ਪ੍ਰੋਟੀਨ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਕਿਸੇ ਵੀ ਪ੍ਰੋਟੀਨ ਲਈ ਕੋਈ ਨਾ ਕੋਈ ਜੀਨਸ ਰਿਸਪੌਂਸੀਬਲ ਹੁੰਦਾ ਇਹਦਾ ਮਤਲਬ ਉਸ ਬੱਚੇ ਦੇ ਵਿੱਚ ਜਿਹਨੂੰ ADA ਦੀ ਐਂਜ਼ਾਈਮ ਦੀ ਕਮੀ ਹੈ ਉਹਦੇ ਵਿੱਚ ਉਹ ਜੀਨ ਫਾਲਟੀ ਹੋਏਗਾ ਜਾਂ ਐਬਸੈਂਟ ਹੋਏਗਾ ਰਾਈਟ ਡਿਲੀਸ਼ਨ ਵੀ ਹੋ ਸਕਦੀ ਹੈ ਫਾਲਟੀ ਵੀ ਹੋ ਸਕਦਾ ਮੀਨਸ ਇਹ ਜੀਨ ਵਰਕ ਨਹੀਂ ਕਰ ਰਿਹਾ ਦੈਟ ਮੀਨਸ ADA ਐਂਜ਼ਾਈਮ ਨਹੀਂ ਬਣ ਰਹੀ ਤੇ ਜੇ ADA ਐਂਜ਼ਾਈਮ ਨਹੀਂ ਬਣ ਰਹੀ ਲਿੰਫੋਸਾਈਟ ਮੈਚਿਓਰ ਕਰਕੇ ਬੀ ਐਂਡ ਟੀ ਸੈੱਲ ਨਹੀਂ ਬਣਾ ਰਹੇ ਜੇ ਬੀ ਐਂਡ ਟੀ ਸੈੱਲ ਨਹੀਂ ਬਣ ਰਹੇ ਬੋਡੀ ਦੀ ਇਮਿਊਨਿਟੀ ਵੀਕ ਹੈ ਤੇ ਜੇ ਇਮਿਊਨਿਟੀ ਵੀਕ ਹੈ ਤਾਂ ਜਿਹੜੀ ਡਿਜ਼ੀਜ਼ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਵੀਕ ਹੁੰਦੀ ਹੈ ਇਮਿਊਨਿਟੀ ਨਹੀਂ ਹੁੰਦੀ ਇਮਿਊਨ ਸਿਸਟਮ ਐਬਸੈਂਟ ਹੈ ਦੈਟ ਡਿਜ਼ੀਜ਼ ਇਜ਼ ਕਾਲਡ SCID SCID ਸੀਵੀਅਰ ਕੰਬਾਈਨਡ ਇਮਿਊਨੋ ਡੈਫੀਸ਼ੀਐਂਸੀ severe combined immunodeficiency, right? So this is the problem.
Now, how gene therapy is helpful in this case, right? How this faulty gene or the gene which is deleted, which is absent, ਉਹ ਕਿਵੇਂ ਇੱਥੇ ਕਮੀ ਪੂਰੀ ਕਰ ਸਕਦਾ ਸੀ, ਉਹ ਦੇਖਦੇ ਹਾਂ। ਠੀਕ ਹੈ, ਸੋ ਅਸੀਂ ਕੀ ਕਰਨਾ ਹੈ, ADA ਐਨਜ਼ਾਈਮ ਨੂੰ ਬਣਾਉਣ ਵਾਲਾ ਜਿਹੜਾ ਨੋਰਮਲ ਜੀਨ ਹੈ, ਠੀਕ ਹੈ ਜੀ, ਉਹਨੂੰ ਅਸੀਂ ਇਨਸਰਟ ਕਰ ਦੇਣਾ ਹੈ ਇਨਟੂ ਰੈਟਰੋਵਾਇਰਸ। ਹੁਣ ਇਹ ਰੈਟਰੋਵਾਇਰਸ ਇੱਥੇ ਕੀ ਕਰ ਰਿਹਾ, ਇਹਦਾ ਕੀ ਫੰਕਸ਼ਨ ਹੈ? ਸੋ ਰੈਟਰੋਵਾਇਰਸ ਹੇਅਰ ਐਕਟ ਐਜ਼ ਵੈਕਟਰ, ਰਾਈਟ। ਸੋ ਅਸੀਂ ਕੀ ਕੀਤਾ, ਰੈਟਰੋਵਾਇਰਸ ਵੈਕਟਰ ਲੈ ਕੇ ਉਹਦੇ ਵਿੱਚ ਇਹ ਵਾਲਾ ਜੀਨਸ ਜਿਹੜਾ ਹੈ, ਵਿਚ ਜੀਨ, ਨੋਰਮਲ ਜੀਨ ਫॉर ADA, ਉਹਨੂੰ ਇਨਸਰਟ ਕਰਾਤਾ। ਠੀਕ ਹੈ, ਹੁਣ ਜਦੋਂ ਉਹ ਅਸੀਂ ਵੈਕਟਰ ਦੇ ਵਿੱਚ, ਜਾਂ ਵੈਕਟਰ ਦਾ ਆਪਣਾ ਵੀ ਇੱਕ ਜੈਨੇਟਿਕ ਮਟੀਰੀਅਲ ਹੋਏਗਾ, ਅਸੀਂ ਉਹਦੇ ਵਿੱਚ ਇਹ ਵਾਲਾ ਜੀਨ ਇਨਸਰਟ ਕਰਾਤਾ, ਨੋਰਮਲ ਜੀਨ। ਮੈਂ ਇੱਥੇ ਨੋਰਮਲ ਜੀਨ ਨੂੰ ਡਰਾ ਕਰ ਦਿੰਦੀ, ਦਿਸ ਇਜ਼ ਨੋਰਮਲ ਜੀਨ ਵਿਚ ਆਈ ਹੈਵ ਇਨਸਰਟਡ ਇਨਟੂ, ਵਿਚ ਸਾਇੰਟਿਸਟ ਹੈਵ ਇਨਸਰਟਡ ਇਨਟੂ ਦ ਰੈਟਰੋਵਾਇਰਸ। ਹੁਣ ਲੇਟਰ ਔਨ ਅਸੀਂ ਕੀ ਕਰਨਾ ਹੈ, ਜਿਹੜਾ ਰੈਟਰੋਵਾਇਰਸ ਹੈ ਉਹਨੂੰ ਅਟੈਕ ਕਰਵਾਉਣਾ ਹੈ, ਜਾਂ ਉਹਨੂੰ ਇਨਫੈਕਟ ਕਰਾਉਣਾ ਹੈ, ਇਨਫੈਕਟਸ ਲਿੰਫੋਸਾਈਟਸ। ਹੁਣ ਇਹ ਲਿੰਫੋਸਾਈਟਸ ਅਸੀਂ ਕਿੱਥੋਂ ਲੈਣੇ ਆ, ਇੱਥੇ ਗੱਲ ਯਾਦ ਰੱਖਣੀ ਹੈ, ਲਿੰਫੋਸਾਈਟਸ ਕਿੱਥੋਂ ਲਵਾਂਗੇ? ਫਰੋਮ ਦ ਪੇਸ਼ੈਂਟਸ ਬਲੱਡ ਇਟਸੈਲਫ। ਪੇਸ਼ੈਂਟ ਦੇ ਬਲੱਡ ਦੇ ਵਿੱਚੋਂ ਲਿੰਫੋਸਾਈਟਸ ਕੱਢਣੇ ਆ ਅਤੇ ਵੈਕਟਰ ਨੂੰ ਜਾਂ ਰੈਟਰੋਵਾਇਰਸ ਨੂੰ ਇੱਥੇ ਇਨਫੈਕਟ ਕਰਾ ਦੇਣਾ। ਸੋ ਰੈਟਰੋਵਾਇਰਸ ਕੀ ਕਰੇਗਾ, ਇਨਫੈਕਟਸ ਲਿੰਫੋਸਾਈਟ, ਜਿਹੜੇ ਲਿੰਫੋਸਾਈਟ ਆਪਾਂ ਪੇਸ਼ੈਂਟ ਤੋਂ ਹੀ ਲਏ ਨੇ। ਸੋ ਲਿੰਫੋਸਾਈਟ ਦੇ ਅੰਦਰ ਕੀ ਹੋਏਗਾ, ਰੈਟਰੋਵਾਇਰਸ ਜਿਹੜਾ ਹੈ, ਇਟ ਵਿਲ ਮੇਕਸ ਅ DNA ਕਾਪੀ। ਕੀ ਬਣਾਏਗਾ, DNA ਦੀ ਕਾਪੀ ਬਣਾਏਗਾ, ਮੇਕਸ ਅ DNA ਕਾਪੀ ਫਰੋਮ ਇਟਸ RNA। ਅਸੀਂ ਪੜ੍ਹਿਆ ਨਾ, ਰਿਵਰਸ ਟਰਾਂਸਕ੍ਰਿਪਟੇਜ਼। ਸੋ ਰੈਟਰੋਵਾਇਰਸ ਦਾ ਜਿਹੜਾ RNA ਉਹ ਅੰਦਰ ਜਾ ਕੇ, ਇਹਦੇ ਅੰਦਰ ਲਿੰਫੋਸਾਈਟਸ ਦੇ ਅੰਦਰ ਜਾ ਕੇ ਕੀ ਬਣਾਏਗਾ, ਮੇਕਸ ਅ DNA ਕਾਪੀ ਫਰੋਮ ਇਟਸ RNA, ਰਾਈਟ। ਹੁਣ ਇਹ ਜਿਹੜਾ ਬੇਟਾ DNA ਬਣਿਆ ਹੈ, ਜਿਹੜਾ DNA ਬਣਿਆ, ਦਿਸ DNA, ਇਹ ਵਾਲਾ ਜਿਹੜਾ DNA ਹੈ, ਇਹਦੇ ਕੋਲ ਉਹ ਨੋਰਮਲ ਜੀਨ ਹੋਏਗਾ। ਦਿਸ DNA ਕੈਰੀਜ਼ ਨੋਰਮਲ ਜੀਨ। ਕਾਹਦਾ ਨੋਰਮਲ ਜੀਨ? ਫॉर ਦਿਸ ਐਨਜ਼ਾਈਮ ADA। ਹੁਣ ਇਹ ਵਾਲੇ ਜਿਹੜਾ DNA ਬਣ ਗਿਆ, ਉਹਦੇ ਕੋਲ ਇਹ ਵਾਲਾ ਐਨਜ਼ਾਈਮ ਦਾ ਜੀਨਸ ਹੈ, ਜਿਹੜਾ ਕਿ ADA ਬਣਾਉਂਦਾ ਹੈ। ਹੁਣ ਪੇਸ਼ੈਂਟਸ, ਹੁਣ ਜਿਹੜਾ ਲਿੰਫੋਸਾਈਟਸ ਦੇ ਅੰਦਰ ਜਿਹੜਾ ਹੈ ਉਹ DNA ਬਣ ਗਿਆ। ਹੁਣ ਇਸ ਲਿੰਫੋਸਾਈਟ ਨੂੰ ਇੰਜੈਕਟ ਕਰ ਦਿੱਤਾ ਜਾਏਗਾ, ਇੰਜੈਕਟਡ ਇਨਟੂ ਬੋਨ ਮੈਰੋ ਆਫ ਦਾ ਪੇਸ਼ੈਂਟ, ਬੋਨ ਮੈਰੋ ਆਫ ਦਾ ਪੇਸ਼ੈਂਟ। ਹੁਣ ਬੋਨ ਮੈਰੋ ਦੇ ਵਿੱਚ ਜਾ ਕੇ ਕੀ ਬਣਨੀ ਸ਼ੁਰੂ ਹੋ ਜਾਏਗੀ, ADA। ਠੀਕ ਹੈ, ਕੀ ਕੀਤਾ ਅਸੀਂ ਰਿਪੀਟ ਕਰਦੇ ਹਾਂ। ਅਸੀਂ ਨੋਰਮਲ ਜੀਨ ਲਿਆ, ਕਿਉਂਕਿ ਪੇਸ਼ੈਂਟ ਦੇ ਵਿੱਚ ਤਾਂ ਫਾਲਟੀ ਸੀ, ਉਹਨੂੰ ਰੈਟਰੋਵਾਇਰਸ 'ਚ ਐਂਟਰ ਕਰਵਾਤਾ, ਇਨਸਰਟ ਕਰਵਾਤਾ। ਰੈਟਰੋਵਾਇਰਸ ਹੇਅਰ ਐਕਟ ਐਜ਼ ਵੈਕਟਰ। ਫਿਰ ਇਸ ਵੈਕਟਰ ਨੂੰ ਇਨਫੈਕਟ ਕਰਾਇਆ ਟੂ ਦ ਲਿੰਫੋਸਾਈਟਸ। ਲਿੰਫੋਸਾਈਟਸ ਅਸੀਂ ਕਿਹਦੇ ਲਏ ਆ, ਲਿੰਫੋਸਾਈਟ ਕਿਹਦੇ ਲਏ ਆਪਾਂ, ਪੇਸ਼ੈਂਟ ਦੇ। ਠੀਕ ਹੈ ਜੀ, ਲਿੰਫੋਸਾਈਟ ਕਿਹਦੇ ਲਏ ਆਪਾਂ, ਪੇਸ਼ੈਂਟ ਦੇ ਲਿੰਫੋਸਾਈਟਸ ਜਿਹੜੇ ਨੇ ਉਹ ਆਪਾਂ ਲਏ ਨੇ, ਰਾਈਟ। ਸੋ ਰੈਟਰੋਵਾਇਰਸ ਮੇਕਸ ਅ DNA ਕਾਪੀ। ਜਿਹੜਾ ਰੈਟਰੋਵਾਇਰਸ ਦਾ RNA ਉਹ ਲਿੰਫੋਸਾਈਟਸ ਦੇ ਅੰਦਰ ਜਾ ਕੇ ਕੀ ਬਣਾਏਗਾ, DNA। ਹੁਣ ਇਸ DNA ਦੇ ਕੋਲ ਨੋਰਮਲ ਜੀਨ ਹੈ, ਕਾਹਦਾ, ADA ਦਾ। ਸੋ ਇਸ ਲਿੰਫੋਸਾਈਟਸ ਨੂੰ ਦਿਸ DNA ਕੈਰੀਜ਼ ਨੋਰਮਲ ਜੀਨ ਫॉर ADA, ਇਹ ਕਿਹਦੇ ਵਿੱਚ ਹੈ, ਲਿੰਫੋਸਾਈਟਸ ਦੇ ਵਿੱਚ। ਹੁਣ ਇਹਨਾਂ ਲਿੰਫੋਸਾਈਟਸ ਨੂੰ ਆਪਾਂ ਇੰਜੈਕਸ਼ਨ ਦੇ ਰਾਹੀਂ ਇੰਜੈਕਟ ਕਰ ਦਾਂਗੇ ਇਨਟੂ ਦਾ ਬੋਨ ਮੈਰੋ ਆਫ ਦਾ ਪੇਸ਼ੈਂਟ, ਤੇ ਬੋਨ ਮੈਰੋ 'ਚ ਜਾ ਕੇ ਇਹ ਕੀ ਬਣਾਉਣਾ ਸ਼ੁਰੂ ਕਰ ਦੂਗਾ, ADA, ਰਾਈਟ। ਪਰ ਹੁਣ ਇੱਥੇ ਇਸ ਪ੍ਰੋਸੈਸ ਦੇ ਵਿੱਚ ਬੇਟਾ ਇਹਦਾ ਇੱਕ ਡਰਾਬੈਕ ਹੈ। ਹੁਣ ਤੁਸੀਂ ਜਿਹੜੇ ਲਿੰਫੋਸਾਈਟਸ ਜਿਨ੍ਹਾਂ ਵਿੱਚ ਨੋਰਮਲ ਜੀਨ ਜਾਂ ਨੋਰਮਲ ADA ਬਣਨ ਲੱਗ ਗਈ ਸੀ, ਜਿਹਨੂੰ ਅਸੀਂ ਬੋਨ ਮੈਰੋ 'ਚ ਇੰਜੈਕਟ ਕਰ ਦਿੱਤਾ, ਉਹ ਲਿੰਫੋਸਾਈਟਸ ਦਾ ਕੁਝ ਲਾਈਫ ਸਪੈਨ ਹੋਏਗਾ, ਲਿੰਫੋਸਾਈਟਸ ਨੇ ਡੈਡ ਤਾਂ ਹੋਣਾ ਹੀ ਹੈ। ਸੋ ਉਹ ਜਦੋਂ ਡੈਡ ਹੋ ਜਾਣਗੇ ਫਿਰ ਉਹ ਪ੍ਰੋਬਲਮ ਫਿਰ ਤੋਂ ਦੁਬਾਰਾ ਖੜੀ ਹੋ ਜਾਏਗੀ। ਸੋ ਬਹੁਤ ਹੀ ਸਮੌਲ ਇੰਟਰਵਲਸ 'ਤੇ ਛੋਟੇ ਥੋੜ੍ਹੇ ਸਮੇਂ ਬਾਅਦ ਦਿਸ ਪ੍ਰੋਸੈਸ ਇਜ਼ ਰਿਪੀਟਡ। ਦੁਬਾਰਾ ਤੋਂ ਉਹੀ ਪ੍ਰੋਸੈਸ ਚਲਾ ਕੇ ਪੇਸ਼ੈਂਟ ਦੇ ਬਾਰ-ਬਾਰ ਬੋਨ ਮੈਰੋ ਦੇ ਵਿੱਚ ਇੰਜੈਕਸ਼ਨਸ ਦੇਣੇ ਪੈਂਦੇ ਨੇ, ਰਾਈਟ। ਔਰ ਹੁਣ ਪ੍ਰੋਬਲਮ ਇੱਥੇ ਹੈ ਕਿ ਬਾਰ-ਬਾਰ ਉਹ ਇੰਜੈਕਟ ਕਰਨਾ ਇਜ਼ ਕੁਆਇਟ ਡਿਫਿਕਲਟ, ਰਾਈਟ। ਬਟ ਅਗਰ ਇਹੀ ਚੀਜ਼
अर्लीयर स्टेज ते ਜ਼ਾਈਗੋਟ ਸਟੇਜ ਤੇ ਜਾਂ 2 ਸੈਲਡ ਸਟੇਜ ਤੇ ਕੀਤੀ ਜਾਵੇ ਤਾਂ ਦਿਸ ਪ੍ਰੋਬਲਮ ਕੈਨ ਬੀ ਕਿਉਰਡ ਪਰਮਾਨੈਂਟਲੀ, ਦਿਸ ਪ੍ਰੋਬਲਮ ਕੈਨ ਬੀ ਕਿਉਰਡ ਪਰਮਾਨੈਂਟਲੀ, ਰਾਈਟ। ਸੋ ਇਸ ਤਰੀਕੇ ਨਾਲ ਬੇਟਾ ਜਿਹੜੀ ਜੀਨ ਥੈਰੇਪੀ ਉਹ ਕੀਤੀ ਜਾਂਦੀ ਹੈ। ਨੋਰਮਲ ਜਿਵੇਂ ਅਸੀਂ ਹੁਣ ਪੂਰਾ ਮੈਥਡੋਲੋਜੀ ਪੂਰਾ ਪ੍ਰੋਸੈਸ ਪੜ੍ਹ ਕੇ ਆਏ ਕਿ ਨੋਰਮਲ ਜੀਨ ਨੂੰ ਬਾਈ ਯੂਜ਼ਿੰਗ ਵੈਕਟਰ ਇੰਟਰੋਡਿਊਸ ਕਰਾਇਆ ਜਾਂਦਾ ਇਨਟੂ ਦ ਲਿੰਫੋਸਾਈਟਸ, ਤਾਂ ਉਹ ਲਿੰਫੋਸਾਈਟਸ ਨੂੰ ਫਿਰ ਇੰਜੈਕਸ਼ਨ ਦੇ ਰਾਹੀਂ ਬੋਨ ਮੈਰੋ 'ਚ ਟਰਾਂਸਪਲਾਂਟ ਕਰ ਦਿੱਤਾ, ਬੋਨ ਮੈਰੋ 'ਚ ਪਾ ਦਿੱਤਾ ਜਾਂਦਾ ਹੈ, ਜਿਹਦੇ ਕਰਕੇ ਫਿਰ ਉਹ ADA ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਸੋ ਇਸ ਤਰੀਕੇ ਨਾਲ SCID ਸੀਵੀਅਰ ਕੰਬਾਈਨਡ ਇਮਿਊਨੋ ਡੈਫੀਸ਼ੀਐਂਸੀ ਦੀ ਡਿਜ਼ੀਜ਼ ਨੂੰ ਮੈਂ ਪਰਮਾਨੈਂਟਲੀ ਤਾਂ ਨਹੀਂ ਕਹਾਂਗੀ, ਲੇਕਿਨ ਕਿਉਰ ਕੀਤਾ, ਟੈਂਪਰੇਰੀਲੀ ਕਿਉਰ ਕੀਤਾ ਜਾ ਸਕਦਾ ਹੈ। ਬਟ ਹਾਂ, ਅਗਰ अर्ਲੀਅਰ ਸਟੇਜਿਸ 'ਤੇ ਕਰ ਦਿੱਤਾ ਜਾਵੇ, ਈਵਨ ਜ਼ਾਈਗੋਟ ਸਟੇਜ ਜਾਂ 2 ਸੈਲ ਸਟੇਜ 'ਤੇ ਕਰ ਦਿੱਤਾ ਜਾਵੇ ਤਾਂ ਪਰਮਾਨੈਂਟ ਕਿਉਰ ਹੋ ਸਕਦਾ ਹੈ। ਸੋ ਬੇਟਾ ਸਿਮਿਲਰਲੀ ਜੀਨ ਥੈਰੇਪੀ ਦੇ ਨਾਲ ਕਈ ਹੋਰ ਇਹੋ ਜਿਹੀਆਂ ਡਿਜ਼ੀਜ਼ਸ ਦੀ ਪ੍ਰੋਬਲਮ ਨੂੰ ਸੋਲਵ ਕੀਤਾ ਗਿਆ। ਸਪੋਜ਼ ਕਿਸੇ ਬੱਚੇ ਦੇ ਵਿੱਚ ਗਰੋਥ ਹਾਰਮੋਨ ਦੀ ਕਮੀ ਹੈ, ਸੋ ਗਰੋਥ ਹਾਰਮੋਨ ਦੀ ਕਮੀ ਕਰਕੇ ਕੀ ਡਵਾਰਫਿਜ਼ਮ ਹੋ ਜਾਂਦਾ, ਸਾਨੂੰ ਸਭ ਨੂੰ ਪਤਾ ਹੈ ਕੀ ਹੋ ਜਾਂਦਾ ਹੈ, ਡਵਾਰਫਿਜ਼ਮ, ਬੋਨਾ ਰਹਿ ਜਾਂਦਾ ਬੱਚਾ। ਸੋ ਸਿਮਿਲਰਲੀ ਬਾਈ ਯੂਜ਼ਿੰਗ ਦਿਸ ਮੈਥਡ ਜੋ ਆਪਾਂ ਆਲਰੇਡੀ ਪੜ੍ਹ ਕੇ ਆਏ, ਉਹਦੇ ਵਿੱਚ ਬੋਡੀ ਦੇ ਵਿੱਚ ਗਰੋਥ ਹਾਰਮੋਨ ਨੂੰ ਇੰਜੈਕਟ ਕੀਤਾ ਜਾ ਸਕਦਾ, ਮੈਥਡੋਲੋਜੀ ਅਸੀਂ ਰੀਡ ਕਰ ਲਈ ਹੈ। ਸੋ ਸਿਮਿਲਰਲੀ ਜਿਵੇਂ ਅਸੀਂ ਗਰੋਥ ਹਾਰਮੋਨ ਦਾ ਜ਼ਿਕਰ ਕੀਤਾ, ਸਿਮਿਲਰਲੀ ਇਹੋ ਜਿਹੇ ਕਈ ਹੋਰ ਪ੍ਰੋਟੀਨਸ ਜਾਂ ਐਨਜ਼ਾਈਮਸ ਨੇ, ਲਾਈਕ ਅਸੀਂ ਇੱਕ ਹੋਰ ਡਿਸਕਸ ਕਰਦੇ ਹਾਂ, ਟਿਸ਼ੂ ਪਲਾਜ਼ਮੀਨੋਜਨ ਐਕਟੀਵੇਟਰ, ਪਲਾਜ਼ਮੀਨੋਜਨ ਐਕਟੀਵੇਟਰ, ਇਹਨੂੰ ਇਨ ਸ਼ਾਰਟ ਬੇਟਾ TPA ਕਿਹਾ ਜਾਂਦਾ ਹੈ। ਇਹਦੀ ਵੀ ਕਈ ਵਾਰੀ ਬਾਡੀ 'ਚ ਕਮੀ ਹੋ ਜਾਂਦੀ ਹੈ। ਇਹਦੇ ਨਾਲ ਕੀ ਹੈ, ਹੁਣ ਦਿਸ ਟਿਸ਼ੂ ਪਲਾਜ਼ਮੀਨੋਜਨ ਐਕਟੀਵੇਟਰ ਵਾਟ ਇਟ ਡੂ ਇਜ਼, ਇਹ ਕਲੌਟ ਬਸਟਰ ਹੈ, ਕਲੌਟਸ ਬਣ ਜਾਂਦੇ ਨਾ, ਬਲੱਡ ਕਲੌਟਸ, ਉਹਨੂੰ ਬਰਸਟ ਕਰ ਦਿੰਦਾ। ਸੋ ਅਗਰ ਇਹਦੀ ਕਮੀ ਹੋ ਜਾਏ ਤਾਂ ਉਹ ਵੀ ਪ੍ਰੋਬਲਮ ਹੈ। ਸੋ ਇਹਨੂੰ ਵੀ ਬਾਹਰੋਂ ਜਿਹੜਾ ਹੈ ਉਹ ਬਣਾ ਕੇ, ਜਿਵੇਂ ਪੂਰੀ ਮੈਥਡੋਲੋਜੀ ਪੜ੍ਹੀ, ਇੰਜੈਕਟ ਕੀਤਾ ਜਾ ਸਕਦਾ ਹੈ। ਸਿਮਿਲਰਲੀ ਸਟ੍ਰੈਪਟੋਕਾਈਨੇਜ਼ ਨੇ, ਇਹ ਵੀ ਕਲੌਟ ਨੂੰ ਕਰਦੇ ਨੇ, ਡਿਜ਼ੋਲਵ ਕਰਦੇ ਨੇ, ਠੀਕ ਹੈ। ਸਿਮਿਲਰਲੀ ਕੁਛ ਐਡੀਬਲ ਵੈਕਸੀਨਸ ਨੇ, ਠੀਕ ਹੈ ਜੀ। ਸੋ ਇਸ ਮੈਥਡ ਦੇ ਨਾਲ ਟੈਕਨੀਕ ਜਿਹੜੀ ਹੈ ਸੇਮ ਹੈ ਜੀਨ ਥੈਰੇਪੀ ਦੀ, ਅਲੱਗ-ਅਲੱਗ ਐਨਜ਼ਾਈਮਸ ਔਰ ਪ੍ਰੋਟੀਨਸ ਜਿਹੜੇ ਨੇ, ਜਿਹੜੇ ਨੋਰਮਲੀ ਬਾਡੀ 'ਚ ਨਹੀਂ ਬਣਦੇ, ਅਸੀਂ ਬਾਹਰੋਂ ਉਹਨੂੰ ਕਿਸੇ ਤਰੀਕੇ, ਕਿਸੇ ਵੈਕਟਰ ਦੀ ਮਦਦ ਨਾਲ ਔਰ ਨੋਰਮਲ ਜੀਨ ਦੀ ਮਦਦ ਨਾਲ ਬਾਡੀ ਦੇ ਵਿੱਚ ਇਨਸਰਟ ਕਰਾ ਸਕਦੇ ਹਾਂ, ਜਾਂ ਬਾਹਰ ਹਾਰਮੋਨ ਡਿਵੈਲਪ ਕਰਾ ਕੇ ਅੰਦਰ ਅਸੀਂ ਇੰਜੈਕਟ ਕਰ ਸਕਦੇ ਹਾਂ। ਸੋ ਦਿਸ ਵਾਜ਼ ਆਲ ਅਬਾਊਟ ਜੀਨ ਥੈਰੇਪੀ।